ਸਤਿ ਸ਼੍ਰੀ ਅਕਾਲ ਜੀ। ਸਾਹਿਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਾਂ ਮਨਕੋਲੀ ਤੇ ਆਓ ਨਜ਼ਰ ਮਾਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ। ਸੁਖਬੀਰ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸਰਦਾਰ ਬਾਦਲ ਨੇ ਦੱਸਿਆ ਹੈ ਕਿ ਪਹਿਲੀ ਸੂਚੀ ਅਨੁਸਾਰ ਜਿਨ੍ਹਾਂ 5 ਸੀਨੀਅਰ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ, ਉਹਨਾਂ 'ਚ ਡਾਕਟਰ ਉਪਿੰਦਰਜੀਤ ਕੌਰ, ਬੀਬੀ ਸਤਵੰਤ ਕੌਰ ਸੰਧੂ ਦੋਵੇਂ ਸਾਬਕਾ ਕੈਬਨਿਟ ਮੰਤਰੀ, ਬੀਬੀ ਰਜਿੰਦਰ ਕੌਰ ਬੁਲਾਰਾ ਸਾਬਕਾ ਐਮਪੀ, ਬੀਬੀ ਗੁਰਦਿਆਲ ਕੌਰ ਅਤੇ ਬੀਬੀ ਗੁਰਦੇਵ ਕੌਰ ਸੰਘਾ ਦੋਵੇਂ ਸਾਬਕਾ ਚੇਅਰਪਰਸਨ ਦੇ ਨਾਮ ਸ਼ਾਮਲ ਹਨ। ਬੈਂਸ ਭਰਾਵਾਂ ਸਮੇਤ ਸੈਂਕੜੇ ਵਰਕਰਾਂ ਖਿਲਾਫ ਕੇਸ ਦਰਜ। ਲੋਕ ਇਨਸਾਫ ਪਾਰਟੀ ਵੱਲੋਂ ਕੱਢੇ ਗਏ ਸਾਈਕਲ ਰੋਸ ਮਾਰਚ ਦੌਰਾਨ ਡਿਸਟੈਂਸ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਵਿਧਾਇਕਾਂ ਬਲਵਿੰਦਰ ਸਿੰਘ ਬੈਂਸ, ਸਿਮਰਨਜੀਤ ਸਿੰਘ ਬੈਂਸ ਸਮੇਤ ਸੈਂਕੜੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਲਦਾਖ ਨੇ ਸਰਕਾਰੀ ਦਫ਼ਤਰਾਂ 'ਚ ਪਲਾਸਟਿਕ ਬੋਤਲਾਂ ਦੇ ਇਸਤੇਮਾਲ ਤੇ ਲਾਈ ਰੋਕ। ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਨੇ ਸਰਕਾਰੀ ਦਫ਼ਤਰਾਂ ਤੇ ਹੋਰ ਸੰਸਥਾਵਾਂ 'ਚ ਪਲਾਸਟਿਕ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਦੂਜੇ ਸਮਾਨਾਂ ਦੇ ਇਸਤੇਮਾਲ ਕਰਨ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ 15 ਜੁਲਾਈ ਤੱਕ ਪੂਰੀ ਤਰ੍ਹਾਂ ਨਾਲ ਪਲਾਸਟਿਕ ਬੋਤਲਾਂ ਦਾ ਇਸਤੇਮਾਲ ਬੰਦ ਕਰ ਦਿੱਤਾ ਜਾਵੇਗਾ ਅਤੇ ਜੁਲਾਈ ਦੇ ਅਖੀਰ ਤੱਕ ਪਲਾਸਟਿਕ ਦੀਆਂ ਫਾਈਲਾਂ ਅਤੇ ਫੋਲਡਰ ਦਾ ਇਸਤੇਮਾਲ ਵੀ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਲਦਾਖ ਦੇ ਵਿੱਤੀ ਅਤੇ ਆਮ ਪ੍ਰਸ਼ਾਸਨ ਮਹਿਕਮੇ ਦੇ ਕਮਿਸ਼ਨਰ ਸੈਕਟਰੀ ਰਿਗਜਿਆਨ ਸੈਂਫੇਲ ਨੇ ਮੰਗਲਵਾਰ ਨੂੰ ਇਸ ਬਾਬਤ ਆਦੇਸ਼ ਜਾਰੀ ਕੀਤੇ। ਕੁਸ਼ੀਨਗਰ ਅੰਤਰਰਾਸ਼ਟਰੀ ਏਅਰਪੋਰਟ ਨੂੰ ਮਨਜ਼ੂਰੀ, ਸਾਰਿਆਂ ਲਈ ਖੁੱਲ੍ਹੇ ਸਪੇਸ ਏਸੈਂਟ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਕੈਬਨਿਟ ਦੀ ਬੈਠਕ 'ਚ ਕਈ ਫੈਸਲੇ ਲਏ ਗਏ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨ ਕਰ ਦਿੱਤਾ ਗਿਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਬੈਠਕ 'ਚ ਹੋਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਸ਼੍ਰੀਲੰਕਾ ਜਿਹੇ ਦੇਸ਼ਾਂ ਦੇ ਪੈਰੋਕਾਰ ਆਸਾਨੀ ਨਾਲ ਕੁਸ਼ੀਨਗਰ ਆ ਸਕਣਗੇ। ਬੈਠਕ 'ਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ OBC ਕਮਿਸ਼ਨ ਹੁਣ ਇਸ ਗੱਲ ਦਾ ਵੀ ਧਿਆਨ ਰੱਖੇਗਾ ਕਿ ਸਪੈਲਿੰਗ ਮਿਸਟੇਕ ਦੀ ਵਜ੍ਹਾ ਨਾਲ ਕਿਸੇ ਜਾਤੀ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਫਾਇਦਿਆਂ ਤੋਂ ਵਾਂਝਾ ਨਾ ਰੱਖਿਆ ਜਾਵੇ। ਇਸ ਲਈ ਕੈਬਨਿਟ ਨੇ OBC ਕਮਿਸ਼ਨ ਦੇ ਕਾਰਜਕਾਲ ਨੂੰ 6 ਮਹੀਨੇ ਲਈ ਵਧਾ ਦਿੱਤਾ ਹੈ। ਹੁਣ OBC ਕਮਿਸ਼ਨ ਰਿਪੋਰਟ 31 ਜਨਵਰੀ 2021 ਤੱਕ ਦੇ ਸਕਦਾ ਹੈ। ਕਮਿਸ਼ਨ ਨੂੰ ਹੋਰ ਪਿਛੜੇ ਵਰਗਾਂ ਨਾਲ ਸੰਬੰਧਿਤ ਵੱਖ-ਵੱਖ ਸਿਫਾਰਸ਼ਾਂ ਕਰਨ ਦਾ ਕੰਮ ਸੌਂਪਿਆ ਗਿਆ ਸੀ, ਪਰ ਕਰੋਨਾ ਸੰਕਟ ਦੇ ਚਲਦਿਆਂ ਇਹ ਕੰਮ ਪ੍ਰਭਾਵਿਤ ਹੋਇਆ। ਕਮਿਸ਼ਨ ਨੂੰ ਹੋਰ ਪਿਛੜੇ ਵਰਗਾਂ ਦੇ ਅੰਦਰ ਵਰਗੀਕਰਨ ਦੇ ਮਸਲੇ ਤੇ ਗੌਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਭਗਵਾਨ ਅਮਰਨਾਥ ਗੁਫਾ 'ਚ ਵਿਆਸ ਪੁੰਨਿਆ ਤੇ ਹੋਵੇਗੀ ਨਿਯਮਿਤ ਪੂਜਾ। ਭਗਵਾਨ ਅਮਰੇਸ਼ਵਰ ਦੀ ਪਵਿੱਤਰ ਗੁਫਾ ਦੀ ਸਾਲਾਨਾ ਤੀਰਥ ਯਾਤਰਾ ਸੰਬੰਧੀ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਅੰਤਿਮ ਫੈਸਲਾ ਨਹੀਂ ਲਿਆ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ। ਨਾਲ ਹੀ ਉਪ ਰਾਜਪਾਲ ਨੇ 5 ਜੁਲਾਈ ਨੂੰ ਵਿਆਸ ਪੁੰਨਿਆ ਤੋਂ 3 ਅਗਸਤ ਨੂੰ ਸੌਣ ਦੀ ਪੁੰਨਿਆ ਤੇ ਮੁੱਖ ਪੂਜਾ ਮੁਕੰਮਲ ਹੋਣ ਤੱਕ ਪਵਿੱਤਰ ਗੁਫਾ 'ਚ ਭਗਵਾਨ ਸ਼ੰਕਰ ਦੇ ਹਿਮਲਿੰਗ ਸਰੂਪ ਦੀ ਪੁਰਾਣਿਕ ਮਾਨਵਤਾਵਾਂ ਅਨੁਸਾਰ ਪੂਜਾ ਕਰਨ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ GC ਮੁਰਮੂ ਮੰਗਲਵਾਰ ਨੂੰ ਸਾਲਾਨਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਤੈਅ ਹੋਇਆ ਕਿ ਪਵਿੱਤਰ ਗੁਫਾ 'ਚ ਸਵੇਰੇ ਸ਼ਾਮ ਭਗਵਾਨ ਸ਼ੰਕਰ ਤੇ ਮਾਤਾ ਪਾਰਵਤੀ ਦੇ ਪਵਿੱਤਰ ਹਿਮਲਿੰਗ ਸਰੂਪ ਦੀ ਆਰਤੀ ਤੇ ਪੂਜਾ ਦਾ ਦੂਰਦਰਸ਼ਨ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਪੁਰਾਣਿਕ ਤੇ ਧਾਰਮਿਕ ਮਾਨਵਤਾਵਾਂ ਅਨੁਸਾਰ ਵਿਆਸ ਪੁੰਨਿਆ ਤੋਂ ਹੀ ਸ਼੍ਰੀ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ ਦਾ ਆਗਾਜ਼ ਮੰਨਿਆ ਜਾਂਦਾ ਹੈ। ਸੌਣ ਦੀ ਪੁੰਨਿਆ ਤੇ ਛੜੀ ਮੁਬਾਰਕ ਨਾਲ ਮੁੱਖ ਪੂਜਾ ਤੋਂ ਬਾਅਦ ਯਾਤਰਾ ਮੁਕੰਮਲ ਹੋ ਜਾਂਦੀ ਹੈ। ਉਪ ਰਾਜਪਾਲ ਮੁਰਮੂ ਹੀ ਸ਼ਰਾਈਨ ਬੋਰਡ ਦੇ ਚੇਅਰਮੈਨ ਹਨ। ਪੱਛਮੀ ਬੰਗਾਲ ਨੇ ਲਾਕਡਾਊਨ ਨੂੰ 31 ਜੁਲਾਈ ਤੱਕ ਵਧਾਇਆ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ 'ਚ ਜਾਰੀ ਲੋਕਡਾਊਨ 31 ਜੁਲਾਈ ਤੱਕ ਵਧਾਉਣ ਦਾ ਐਲਾਨ ਬੁੱਧਵਾਰ ਨੂੰ ਕੀਤਾ ਤਾਂ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੱਛਮੀ ਬੰਗਾਲ 'ਚ ਫਿਲਹਾਲ ਜਾਰੀ ਲੋਕਡਾਊਨ 30 ਜੂਨ ਨੂੰ ਖਤਮ ਹੋਣ ਵਾਲਾ ਹੈ। ਸੂਬੇ ਸਕੱਤਰੇਤ ਦੇ ਸਾਹਮਣੇ ਸਥਿਤ ਆਡੀਟੋਰੀਅਮ 'ਚ ਸਰਬ ਪਾਰਟੀ ਬੈਠਕ 'ਚ ਹਿੱਸਾ ਲੈਣ ਤੋਂ ਬਾਅਦ ਬੈਨਰਜੀ ਨੇ ਕਿਹਾ ਕਿ ਨੇਤਾਵਾਂ ਦੇ ਵਿੱਚ ਵਿਚਾਰਾਂ ਦੀ ਭਿੰਨਤਾ ਸੀ, ਪਰ ਆਖਰ 'ਚ ਫੈਸਲਾ ਕੀਤਾ ਗਿਆ ਹੈ ਕਿ ਲੋਕਡਾਊਨ 'ਚ ਕੁਝ ਢਿੱਲ ਦੇ ਨਾਲ ਜੁਲਾਈ ਦੇ ਆਖਰ ਤੱਕ ਵਧਾ ਦਿੱਤਾ ਜਾਵੇਗਾ। ਸਰਕਾਰ ਨੇ 116 ਸੀਨੀਅਰ ਨੌਕਰਸ਼ਾਹਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਮੁਹਿੰਮ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ 116 ਸੀਨੀਅਰ ਨੌਕਰਸ਼ਾਹਾਂ ਨੂੰ ਕੇਂਦਰੀ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ, ਜੋ ਪ੍ਰਵਾਸੀ ਮਜ਼ਦੂਰਾਂ ਲਈ ਸਰਕਾਰ ਦੇ ਉਤਸ਼ਾਹੀ ਰੋਜ਼ਗਾਰ ਸਹਿ ਗ੍ਰਾਮੀਣ ਜਨਤਕ ਕੰਮ ਮੁਹਿੰਮ ਤੋਂ ਪ੍ਰਭਾਵਿਤ ਹੈ। ਸੰਯੁਕਤ ਸਕੱਤਰ ਪੱਧਰ ਦੇ ਇਹ ਨੌਕਰਸ਼ਾਹ ਵੱਖ-ਵੱਖ ਸੇਵਾਵਾਂ 'ਚ ਨਿਯੁਕਤ ਕੀਤੇ ਜਾਂਦੇ ਹਨ, ਜਿਨ੍ਹਾਂ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ IAS, ਭਾਰਤੀ ਪੁਲਿਸ ਸੇਵਾ IPS, ਭਾਰਤੀ ਵਣ ਸੇਵਾ IFOS ਸ਼ਾਮਿਲ ਹੈ। ਅਮਲਾ ਮੰਤਰਾਲੇ ਵੱਲੋਂ ਜਾਰੀ ਇੱਕ ਆਦੇਸ਼ 'ਚ ਕਿਹਾ ਗਿਆ ਹੈ ਕਿ ਨੋਡਲ ਅਧਿਕਾਰੀ ਸੂਬਾ ਸਰਕਾਰ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਅਧਿਕਾਰੀਆਂ, ਕਲੈਕਟਰ ਨਾਲ ਮਿਲ ਕੇ ਗ੍ਰਾਮੀਣ ਵਿਕਾਸ ਵਿਭਾਗ ਵੱਲੋਂ ਵਕਤ ਤੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਕੰਮ ਕਰੇਗਾ। ਇਹ ਧਿਆਨ ਦਿੱਤਾ ਜਾ ਸਕਦਾ ਹੈ ਕਿ ਨੋਡਲ ਅਧਿਕਾਰੀ ਨੂੰ VC, ਡਿਜੀਟਲ ਮੈਪਸ ਆਦਿ ਦੇ ਮਾਧਿਅਮ ਤੋਂ ਆਪਣੇ ਕਰਤੱਵ ਦਾ ਡਿਸਚਾਰਜ ਕਰਨਾ ਪਵੇਗਾ, ਜਿਸ ਦੇ ਵੇਰਵੇ ਦੀ ਪੁਸ਼ਟੀ ਗ੍ਰਾਮੀਣ ਵਿਕਾਸ ਵਿਭਾਗ ਤੋਂ ਕੀਤੀ ਜਾ ਸਕਦੀ ਹੈ। LAC ਤੇ ਤਣਾਅ ਵਾਲੇ ਇਲਾਕਿਆਂ ਤੋਂ ਨਹੀਂ ਹਟ ਰਿਹਾ ਚੀਨ। ਚੀਨ ਇੱਕ ਪਾਸੇ ਤਾਂ ਗੱਲਬਾਤ ਦਾ ਦਿਖਾਵਾ ਕਰ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਪੂਰਬੀ ਲੱਦਾਖ ਦੇ LAC ਨਾਲ ਫਿੰਗਰ ਇਲਾਕੇ 'ਚ ਫੌਜ ਨਿਰਮਾਣ ਦਾ ਕੰਮ ਕਰਕੇ ਖੁਦ ਨੂੰ ਰਣਨੀਤਿਕ ਵਿਚਾਰ ਨਾਲ ਲਗਾਤਾਰ ਮਜ਼ਬੂਤ ਵੀ ਕਰ ਰਿਹਾ ਹੈ। ਸਮਾਚਾਰ ਏਜੰਸੀ ANI ਦੀ ਰਿਪੋਰਟ ਮੁਤਾਬਿਕ ਚੀਨੀ ਫੌਜ ਬੀਤੀ 4 ਮਈ ਤੋਂ ਹੀ ਪੂਰਬੀ ਲੱਦਾਖ ਸੈਕਟਰ 'ਚ LAC ਨਾਲ ਲੱਗਦੇ ਇਲਾਕਿਆਂ 'ਚ ਭਾਰੀ ਤੋਪਖਾਨਾ ਤੇ ਬਖਤਰਬੰਦ ਵਾਹਨਾਂ ਨਾਲ 10,000 ਤੋਂ ਜ਼ਿਆਦਾ ਫੌਜੀਆਂ ਦੀ ਤੈਨਾਤੀ ਕਰ ਚੁੱਕਿਆ ਹੈ। ਇਸ ਨਾਲ ਚੀਨ ਦੀ ਮਨਸ਼ਾ ਤੇ ਸੰਦੇਹ ਹੋਣ ਲੱਗਾ। ਸੂਤਰਾਂ ਮੁਤਾਬਿਕ ਪੈਂਗੋਂਗ ਲੇਕ ਸਮੇਤ ਫਿੰਗਰ ਏਰੀਏ ਦੇ ਆਸ-ਪਾਸ ਚੀਨ ਨੇ ਆਪਣੀ ਫੌਜ ਤੈਨਾਤੀ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਵਿਵਾਦਿਤ ਇਲਾਕਿਆਂ ਕੋਲ ਨਿਰਮਾਣ ਕਾਰਜ ਨੂੰ ਜਾਰੀ ਰੱਖਿਆ ਹੈ। ਭਾਰਤ ਨੇ ਫਿੰਗਰ 8 ਤੱਕ ਦੇ ਇਲਾਕਿਆਂ ਨੂੰ ਲੈ ਕੇ ਆਪਣਾ ਦਾਅਵਾ ਕੀਤਾ ਹੈ, ਪਰ ਬੀਤੀ 15 ਜੂਨ ਨੂੰ ਹੋਈ ਝੜਪ ਤੇ ਚੀਨ ਦੀ ਅੜਿੱਕੇਬਾਜ਼ੀ ਦੇ ਚਲਦਿਆਂ ਫੌਜ ਦੀ ਗਸ਼ਤ ਟੁਕੜੀ ਫਿੰਗਰ 4 ਤੇ ਅੱਗੇ ਨਹੀਂ ਜਾ ਰਹੀ। ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਹਮਲਾਵਰ ਤਰੀਕੇ ਨਾਲ ਫਿੰਗਰ ਖੇਤਰ ਦੇ ਨਵੇਂ ਇਲਾਕਿਆਂ ਨੂੰ ਆਪਣੇ ਨਿਯੰਤਰਣ 'ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਏਅਰ ਇੰਡੀਆ ਦੀਆਂ ਚਾਰਟਰਡ ਉਡਾਣਾਂ ਤੇ ਅਮਰੀਕਾ ਨੇ ਲਾਈ ਰੋਕ। ਅਮਰੀਕੀ ਏਅਰਲਾਈਨਸ ਨੂੰ ਭਾਰਤ ਲਈ ਚਾਰਟਰਡ ਉਡਾਣਾਂ ਦੀ ਆਗਿਆ ਨਾ ਦਿੱਤੇ ਜਾਣ ਤੇ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਏਅਰ ਇੰਡੀਆ ਦੀਆਂ ਚਾਰਟਰਡ ਉਡਾਣਾਂ ਤੇ 22 ਜੁਲਾਈ ਤੋਂ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਉਧਰ ਭਾਰਤ, ਅਮਰੀਕਾ, ਬ੍ਰਿਟਾਨੀਆ, ਫਰਾਂਸ ਤੇ ਜਰਮਨੀ ਵਿਚਾਲੇ ਸਿੱਧੀ ਤੇ ਸੁਰੱਖਿਅਤ ਉਡਾਣਾਂ ਸ਼ੁਰੂ ਕਰਨ ਤੇ ਵਿਚਾਰ ਕਰ ਰਿਹਾ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਸੋਮਵਾਰ ਨੂੰ ਜਾਰੀ ਇੱਕ ਆਦੇਸ਼ 'ਚ ਕਿਹਾ ਹੈ ਕਿ ਭਾਰਤ ਸਰਕਾਰ ਪਾਬੰਦੀ ਵਾਲਾ ਤੇ ਪੱਖਾਪਾਤੀ ਰੁਖ ਅਖਤਿਆਰ ਕਰਕੇ ਅਮਰੀਕੀ ਏਅਰਲਾਈਨਸ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। DOT ਨੇ ਕਿਹਾ ਹੈ ਕਿ ਭਾਰਤ ਸਰਕਾਰ ਖਾਸ ਤੌਰ ਤੇ ਅਮਰੀਕੀ ਏਅਰਲਾਈਨਸ ਤੇ ਪਾਬੰਦੀ ਲਾ ਰਹੀ ਹੈ, ਜਦਕਿ ਅਮਰੀਕਾ ਨੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਾਈ ਹੈ। ਸਮਝੌਤੇ ਅਨੁਸਾਰ ਏਅਰ ਇੰਡੀਆ ਨੂੰ ਸੰਚਾਲਨ ਦੀ ਪੂਰੀ ਛੂਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਕਰੋਨਾ ਕਾਰਨ 25 ਮਾਰਚ ਤੋਂ ਕੌਮਾਂਤਰੀ ਉਡਾਣਾਂ ਤੇ ਪਾਬੰਦੀ ਲਾਈ ਹੋਈ ਹੈ। ਭਾਰਤ 'ਚ ਫਸੇ ਯਾਤਰੀਆਂ ਨੂੰ ਕੱਢਣ ਲਈ ਏਅਰ ਇੰਡੀਆ ਨੇ 6 ਮਈ ਤੋਂ ਸ਼ੁਰੂ ਵੰਦੇ ਭਾਰਤ ਮੁਹਿੰਮ ਤਹਿਤ ਮੁੜ ਤੋਂ ਉਡਾਣਾਂ ਸ਼ੁਰੂ ਕੀਤੀਆਂ ਹਨ। ਏਅਰ ਇੰਡੀਆ ਨੇ 18 ਮਈ ਤੋਂ ਭਾਰਤ ਅਮਰੀਕਾ ਵਿਚਾਲੇ ਚਾਰਟਰਡ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ 'ਚ ਆਉਣ ਤੇ ਜਾਉਣ ਵਾਲੇ ਦੋਵਾਂ ਪਾਸਿਆਂ ਦੀ ਟਿਕਟਾਂ ਵੇਚੀਆਂ ਗਈਆਂ। ਇਹ ਟਿਕਟ ਏਅਰ ਇੰਡੀਆ ਦੀ ਵੈਬਸਾਈਟ ਤੋਂ ਵੇਚੀਆਂ ਗਈਆਂ, ਪਰ ਟਿਕਟ ਲੈਣ ਤੋਂ ਪਹਿਲਾਂ ਅਮਰੀਕਾ ਸਥਿਤ ਭਾਰਤੀ ਸਫਾਰਤਖਾਨੇ ਨਾਲ ਸੰਪਰਕ ਕਰਨਾ ਹੁੰਦਾ ਹੈ। ਵੰਦੇ ਭਾਰਤ ਦਾ ਤੀਜਾ ਪੜਾਅ ਵਿਦੇਸ਼ 'ਚ ਫਸੇ 1.25 ਲੱਖ ਭਾਰਤੀ ਵਤਨ ਪਰਤੇ। ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਦੇਸ਼ 'ਚ ਫਸੇ ਭਾਰਤੀਆਂ ਨੂੰ ਵਤਨ ਲਿਆਉਣ ਦਾ ਕੰਮ ਜਾਰੀ ਹੈ। ਕੇਂਦਰੀ ਨਾਗਰਿਕ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਮਿਸ਼ਨ ਦੇ ਤਹਿਤ ਵੱਖ-ਵੱਖ ਦੇਸ਼ਾਂ ਤੋਂ ਲਗਭਗ 1.25 ਲੱਖ ਭਾਰਤੀ ਵਤਨ ਵਾਪਸ ਪਰਤੇ ਹਨ। ਉਹਨਾਂ ਨੇ ਦੱਸਿਆ ਕਿ 23 ਜੂਨ ਨੂੰ 6037 ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ ਗਿਆ।
ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਾਹਿਤ ਵੈਬ ਟੀਵੀ।